ਪਿਆਰੇ ਬੱਚਿਓ, ਅੱਜ ਅਸੀਂ ਤੀਸਰੀ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚੋਂ ਪਾਠ ਨੰਬਰ 5 ਪੜ੍ਹਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਵੱਡਾ ਕੌਣ। ਇਹ ਪਾਠ ਇੱਕ ਕਹਾਣੀ ਹੈ ਬੱਚਿਓ। ਇਸ ਕਹਾਣੀ ਦੇ ਵਿੱਚ ਹੱਥ ਦੀਆਂ 5 ਉਂਗਲਾਂ ਦੀ ਆਪਸ ਵਿੱਚ ਬਹਿਸ ਹੋ ਜਾਂਦੀ ਹੈ। ਹਰ ਇੱਕ ਉਂਗਲ ਆਪਣੇ ਆਪ ਨੂੰ ਵੱਡਾ ਕਹਿੰਦੀ ਹੈ। ਜਦੋਂ ਇਹਨਾਂ ਦੀ ਬਹਿਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਇਹ ਆਪਣਾ ਫੈਸਲਾ ਕਰਾਉਣ ਲਈ ਪੰਚਾਇਤ ਕੋਲ ਜਾਂਦੇ ਹਨ। ਪੰਚਾਇਤ ਇਹਨਾਂ ਦਾ ਕੀ ਫੈਸਲਾ ਕਰਦੀ ਹੈ ਅਤੇ ਇਹਨਾਂ ਵਿੱਚੋਂ ਵੱਡਾ ਕੌਣ ਹੈ, ਇਹ ਜਾਣਨ ਲਈ ਆਓ ਪੜ੍ਹਦੇ ਹਾਂ ਇਸ ਪਾਠ ਨੂੰ। ਇੱਕ ਵਾਰ ਹੱਥ ਦੀਆਂ ਉਂਗਲਾਂ ਵਿੱਚ ਬਹਿਸ ਹੋ ਗਈ। ਅੰਗੂਠਾ ਆਖਣ ਲੱਗਾ, ਮੈਂ ਸਭ ਉਂਗਲਾਂ ਵਿੱਚੋਂ ਵੱਡਾ ਹਾਂ। ਉਹਦੇ ਨਾਲ ਵਾਲੀ ਉਂਗਲ ਆਖਣ ਲੱਗੀ, ਨਹੀਂ, ਤੂੰ ਨਹੀਂ, ਸਭ ਤੋਂ ਵੱਡੀ ਮੈਂ ਹਾਂ। ਬਾਕੀ ਤਿੰਨਾਂ ਉਂਗਲਾਂ ਨੇ ਵੀ ਇਸੇ ਤਰ੍ਹਾਂ ਆਪਣੇ ਆਪ ਨੂੰ ਵੱਡਾ ਆਖਿਆ। ਜਦੋਂ ਫੈਸਲਾ ਨਾ ਹੋ ਸਕਿਆ ਤਾਂ ਸਾਰੇ ਪੰਚਾਇਤ ਕੋਲ ਜਾ ਪੁੱਜੇ। ਤਾਂ ਬੱਚਿਓ, ਇਸ ਪੈਰੇ ਨੂੰ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਵਾਰ ਹੱਥ ਦੀਆਂ ਉਂਗਲਾਂ ਦੀ ਆਪਸ ਵਿੱਚ ਬਹਿਸ ਹੋ ਗਈ। ਹਰ ਇੱਕ ਉਂਗਲ ਆਪਣੇ ਆਪ ਨੂੰ ਵੱਡਾ ਆਖਣ ਲੱਗੀ। ਜਦੋਂ ਇਹਨਾਂ ਦਾ ਫੈਸਲਾ ਨਾ ਹੋ ਸਕਿਆ ਤਾਂ ਇਹ ਸਾਰੇ ਜਾਣੇ ਪੰਚਾਇਤ ਕੋਲ ਚਲੇ ਗਏ। ਆਓ ਹੁਣ ਇਸ ਤੋਂ ਅੱਗੇ ਦੇਖਦੇ ਹਾਂ ਕਿ ਕੀ ਹੁੰਦਾ ਹੈ। ਸਰਪੰਚ ਨੇ ਅੰਗੂਠੇ ਨੂੰ ਪ੍ਰਸ਼ਨ ਕੀਤਾ, ਬਈ ਅੰਗੂਠੇ, ਤੂੰ ਕਿਵੇਂ ਵੱਡਾ ਹੋ ਗਿਆ? ਅੰਗੂਠੇ ਨੇ ਆਖਿਆ, ਮੈਂ ਸਭ ਤੋਂ ਵੱਧ ਪੜ੍ਹਿਆ ਲਿਖਿਆ ਹਾਂ। ਅਨਪੜ੍ਹ ਲੋਕ ਦਸਖਤ ਕਰਨ ਦੀ ਥਾਂ ਮੇਰੀ ਹੀ ਵਰਤੋਂ ਕਰਦੇ ਹਨ। ਤਾਂ ਬੱਚਿਓ, ਇੱਥੇ ਸਰਪੰਚ ਨੇ ਅੰਗੂਠੇ ਨੂੰ ਪੁੱਛਿਆ, ਬਈ ਅੰਗੂਠੇ, ਤੂੰ ਕਿਵੇਂ ਵੱਡਾ ਹੋਇਆ? ਤਾਂ ਅੰਗੂਠੇ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਸਭ ਤੋਂ ਵੱਧ ਪੜ੍ਹਿਆ ਲਿਖਿਆ ਹਾਂ, ਕਿਉਂਕਿ ਅਨਪੜ੍ਹ ਲੋਕ ਦਸਖਤ ਕਰਨ ਲਈ ਮੈਨੂੰ ਵਰਤਦੇ ਹਨ। ਆਓ ਹੁਣ ਇਸ ਤੋਂ ਅੱਗੇ ਦੇਖਦੇ ਹਾਂ ਕਿ ਬਾਕੀ ਉਂਗਲਾਂ ਕੀ ਕਹਿੰਦੀਆਂ ਹਨ। ਅੰਗੂਠੇ ਦੇ ਨਾਲ ਵਾਲੀ ਉਂਗਲ ਨੇ ਆਖਿਆ, ਮੈਂ ਵੱਡੀ ਹਾਂ। ਮੈਂ ਦੱਸਦੀ ਹਾਂ ਕਿ ਪਰਮਾਤਮਾ ਇੱਕ ਹੈ। ਕਿਸੇ ਵੱਲ ਇਸ਼ਾਰਾ ਕਰਨ ਲਈ ਵੀ ਮੇਰੀ ਹੀ ਵਰਤੋਂ ਕੀਤੀ ਜਾਂਦੀ ਹੈ। ਉਸ ਦੇ ਨਾਲ ਵਾਲੀ ਵਿਚਕਾਰਲੀ ਉਂਗਲ ਨੇ ਆਖਿਆ, ਮੈਨੂੰ ਤਾਂ ਸਾਰੇ ਵੱਡੀ ਕਹਿੰਦੇ ਹੀ ਹਨ। ਭਾਵੇਂ ਤੁਸੀਂ ਆਪ ਹੀ ਵੇਖ ਲਓ, ਕੱਦ ਵਿੱਚ ਸਭ ਤੋਂ ਵੱਡੀ ਮੈਂ ਹੀ ਹਾਂ। ਚੌਥੀ ਉਂਗਲ ਨੇ ਆਖਿਆ, ਮੈਂ ਇਸ ਲਈ ਵੱਡੀ ਹਾਂ ਕਿ ਮੇਰੇ ਵਿੱਚ ਲੋਕ ਸੋਨੇ, ਚਾਂਦੀ, ਹੀਰੇ ਆਦਿ ਦੀਆਂ ਅੰਗੂਠੀਆਂ ਪਾਉਂਦੇ ਹਨ। ਅਖੀਰ ਵਿੱਚ ਚੀਚੀ ਨੇ ਕਿਹਾ, ਮੈਂ ਇਸ ਲਈ ਵੱਡੀ ਹਾਂ ਕਿਉਂਕਿ ਮੈਂ ਸਭ ਨਾਲ ਮਿਲ ਕੇ ਚੱਲਦੀ ਹਾਂ। ਮੁੱਠੀ ਮੀਚਣ ਵੇਲੇ ਭਲਾ ਮੈਂ ਕਿਹੜਾ ਪਿੱਛੇ ਰਹਿੰਦੀ ਹਾਂ। ਧਰਤੀ ਉੱਤੇ ਖਿਲਰੇ ਦਾਣਿਆਂ ਨੂੰ ਹੂੰਝਣ ਵੇਲੇ ਮੈਂ ਹੀ ਘਿਸਰਦੀ ਹਾਂ। ਤਾਂ ਇੱਥੋਂ ਤੱਕ ਪੜ੍ਹ ਕੇ ਬੱਚਿਓ ਸਾਨੂੰ ਪਤਾ ਲੱਗਦਾ ਹੈ ਕਿ ਅੰਗੂਠੇ ਤੋਂ ਬਾਅਦ ਬਾਕੀ ਦੀਆਂ ਉਂਗਲਾਂ ਨੇ ਵੀ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਅੰਗੂਠੇ ਦੇ ਨਾਲ ਵਾਲੀ ਉਂਗਲ ਨੇ ਆਖਿਆ ਕਿ ਮੈਂ ਇਸ ਲਈ ਵੱਡੀ ਹਾਂ ਕਿਉਂਕਿ ਮੈਂ ਦੱਸਦੀ ਹਾਂ ਕਿ ਪਰਮਾਤਮਾ ਇੱਕ ਹੈ ਅਤੇ ਜੇਕਰ ਕਿਸੇ ਵੱਲ ਇਸ਼ਾਰਾ ਕਰਨਾ ਹੁੰਦਾ ਹੈ ਤਾਂ ਵੀ ਮੇਰੀ ਹੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਵਿਚਕਾਰਲੀ ਉਂਗਲ ਨੇ ਵੀ ਆਖਿਆ ਕਿ ਮੈਨੂੰ ਤਾਂ ਸਾਰੇ ਵੱਡੀ ਕਹਿੰਦੇ ਹਨ। ਭਾਵੇਂ ਤੁਸੀਂ ਮਿਣ ਕੇ ਦੇਖ ਲਵੋ, ਮੈਂ ਤਾਂ ਦੇਖਣ ਵਿੱਚ ਵੀ ਵੱਡੀ ਲੱਗਦੀ ਹਾਂ ਕਿਉਂਕਿ ਮੈਂ ਕੱਦ ਵਿੱਚ ਦੂਜੀਆਂ ਉਂਗਲਾਂ ਨਾਲੋਂ ਲੰਬੀ ਹਾਂ। ਇਸੇ ਤਰ੍ਹਾਂ ਹੀ ਚੌਥੀ ਉਂਗਲ ਨੇ ਵੀ ਆਖਿਆ ਕਿ ਮੈਂ ਇਸ ਲਈ ਵੱਡੀ ਹਾਂ ਕਿਉਂਕਿ ਲੋਕ ਮੇਰੇ ਵਿੱਚ ਸੋਨੇ, ਚਾਂਦੀ, ਹੀਰੇ ਆਦਿ ਦੀਆਂ ਅੰਗੂਠੀਆਂ ਪਾਉਂਦੇ ਹਨ। ਇਸੇ ਤਰ੍ਹਾਂ ਹੀ ਚੀਚੀ ਨੇ ਵੀ ਆਪਣੇ ਆਪ ਨੂੰ ਵੱਡੀ ਸਾਬਤ ਕਰਨ ਲਈ ਕਿਹਾ
ਕਿ ਮੈਂ ਸਭ ਦੇ ਨਾਲ ਮਿਲ ਕੇ ਕੰਮ ਕਰਦੀ ਹਾਂ। ਜਦੋਂ ਧਰਤੀ ਉੱਤੇ ਦਾਣੇ ਖਿੱਲਰ ਜਾਂਦੇ ਹਨ ਤਾਂ ਦਾਣਿਆਂ ਨੂੰ ਇਕੱਠਾ ਕਰਨ ਲਈ ਮੈਂ ਹੀ ਕਸਰਦੀ ਹਾਂ। ਆਓ ਹੁਣ ਦੇਖਦੇ ਹਾਂ ਕਿ ਇਹਨਾਂ ਦੀਆਂ ਗੱਲਾਂ ਸੁਣ ਕੇ ਪੰਚਾਇਤ ਕਿਸ ਤਰ੍ਹਾਂ ਫੈਸਲਾ ਦਿੰਦੀ ਹੈ। ਪੰਚਾਇਤ ਸੋਚੀ ਪੈ ਗਈ। ਫਿਰ ਸਰਪੰਚ ਨੇ ਕਿਹਾ, ਥਾਲੀ ਵਿੱਚ ਲੱਡੂ ਲੈ ਕੇ ਆਓ। ਲੱਡੂ ਲਿਆਂਦੇ ਗਏ। ਸਰਪੰਚ ਨੇ ਪਹਿਲਾਂ ਅੰਗੂਠੇ ਨੂੰ ਆਖਿਆ, ਲੱਡੂ ਚੁੱਕੋ। ਅੰਗੂਠੇ ਨੇ ਬਹੁਤ ਯਤਨ ਕੀਤਾ। ਯਤਨ ਦਾ ਮਤਲਬ ਹੁੰਦਾ ਹੈ ਬੱਚੋ ਕੋਸ਼ਿਸ਼। ਪਰ ਉਹ ਲੱਡੂ ਨਾ ਚੁੱਕ ਸਕਿਆ। ਫਿਰ ਅੰਗੂਠੇ ਦੇ ਨਾਲ ਵਾਲੀ ਉਂਗਲ ਨੂੰ ਆਖਿਆ ਗਿਆ, ਉਹ ਵੀ ਲੱਡੂ ਨਾ ਚੁੱਕ ਸਕੀ। ਇਸ ਪ੍ਰਕਾਰ ਵਾਰੀ-ਵਾਰੀ ਸਾਰੀਆਂ ਉਂਗਲਾਂ ਨੂੰ ਲੱਡੂ ਚੁੱਕਣ ਲਈ ਆਖਿਆ ਗਿਆ। ਕੋਈ ਵੀ ਇਕੱਲੀ ਉਂਗਲ ਲੱਡੂ ਨਾ ਚੁੱਕ ਸਕੀ। ਅੰਤ ਵਿੱਚ ਸਰਪੰਚ ਨੇ 5 ਉਂਗਲਾਂ ਨੂੰ ਆਖਿਆ, ਹੁਣ ਤੁਸੀਂ ਸਾਰੇ ਮਿਲ ਕੇ ਲੱਡੂ ਚੁੱਕੋ। 5 ਉਂਗਲਾਂ ਨੇ ਮਿਲ ਕੇ ਲੱਡੂ ਚੱਕ ਲਿਆ। ਤਾਂ ਇੱਥੋਂ ਤੱਕ ਪੜ੍ਹ ਕੇ ਬੱਚਿਓ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਸਾਰੀਆਂ ਉਂਗਲਾਂ ਨੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਲਈ ਆਪਣੀਆਂ ਦਲੀਲਾਂ ਦਿੱਤੀਆਂ ਤਾਂ ਪੰਚਾਇਤ ਸੋਚਾਂ ਵਿੱਚ ਪੈ ਗਈ। ਇਸ ਤੋਂ ਬਾਅਦ ਸਰਪੰਚ ਨੇ ਥਾਲੀ ਦੇ ਵਿੱਚ ਕੁਝ ਲੱਡੂ ਮੰਗਵਾਏ ਅਤੇ ਸਾਰੀਆਂ ਉਂਗਲਾਂ ਨੂੰ ਵਾਰੋ ਵਾਰੀ ਲੱਡੂ ਚੁੱਕਣ ਲਈ ਆਖਿਆ। ਜਦੋਂ ਕੋਈ ਵੀ ਇਕੱਲੀ ਉਂਗਲ ਲੱਡੂ ਨਾ ਚੁੱਕ ਸਕੀ ਤਾਂ ਸਰਪੰਚ ਨੇ ਸਾਰੀਆਂ ਉਂਗਲਾਂ ਨੂੰ ਮਿਲ ਕੇ ਲੱਡੂ ਚੁੱਕਣ ਲਈ ਕਿਹਾ ਅਤੇ ਉਹਨਾਂ ਨੇ ਮਿਲ ਕੇ ਲੱਡੂ ਚੁੱਕ ਲਿਆ। ਤਾਂ ਇੱਥੇ ਬੱਚਿਓ ਇੱਕ ਤਸਵੀਰ ਦਿਖਾਈ ਗਈ ਹੈ। ਇਸ ਤਸਵੀਰ ਦੇ ਵਿੱਚ ਇੱਕ ਥਾਲੀ ਵਿੱਚ ਕੁਝ ਲੱਡੂ ਪਏ ਹਨ। ਇਹਨਾਂ ਵਿੱਚੋਂ ਇੱਕ ਲੱਡੂ ਨੂੰ ਹੱਥ ਦੀਆਂ 5 ਉਂਗਲਾਂ ਦੇ ਨਾਲ ਚੁੱਕਿਆ ਜਾ ਰਿਹਾ ਹੈ। ਆਓ ਇਸ ਤੋਂ ਅੱਗੇ ਦੇਖਦੇ ਹਾਂ। ਸਰਪੰਚ ਆਖਣ ਲੱਗਾ, ਤੁਸੀਂ ਸਾਰਿਆਂ ਨੇ ਵੱਖ-ਵੱਖ ਹੋ ਕੇ ਯਤਨ ਕੀਤਾ, ਪਰ ਤੁਸੀਂ ਲੱਡੂ ਨਹੀਂ ਚੁੱਕ ਸਕੇ। ਜਦੋਂ ਸਾਰਿਆਂ ਨੇ ਮਿਲ ਕੇ ਯਤਨ ਕੀਤਾ ਤਾਂ ਆਸਾਨੀ ਨਾਲ ਲੱਡੂ ਚੁੱਕ ਲਿਆ। ਇਸ ਲਈ ਤੁਹਾਡੇ ਵਿੱਚੋਂ ਕੋਈ ਵੀ ਇੱਕ ਵੱਡਾ ਨਹੀਂ ਹੈ। ਤੁਸੀਂ ਮਿਲ ਕੇ ਚੱਲਦੇ ਹੋ ਤਾਂ ਸਾਰੇ ਹੀ ਵੱਡੇ ਹੋ। ਇਹ ਵੀ ਸਮਝ ਲਓ ਕਿ ਏਕਤਾ ਨਾਲ ਮਿਲ ਜੁਲ ਕੇ ਰਹੋ ਤਾਂ ਕੋਈ ਕੰਮ ਔਖਾ ਨਹੀਂ। ਏਕਤਾ ਵਿੱਚ ਹੀ ਸ਼ਕਤੀ ਹੈ। ਤਾਂ ਬੱਚਿਓ, ਇਸ ਪੈਰੇ ਨੂੰ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਸਰਪੰਚ ਨੇ ਇਹ ਫੈਸਲਾ ਕੀਤਾ ਕਿ ਸਾਰੀਆਂ ਉਂਗਲਾਂ ਦੇ ਵਿੱਚੋਂ ਕੋਈ ਵੀ ਇੱਕ ਉਂਗਲ ਵੱਡੀ ਨਹੀਂ ਹੈ। ਜੇਕਰ ਸਾਰੀਆਂ ਉਂਗਲਾਂ ਮਿਲ ਕੇ ਚੱਲਦੀਆਂ ਹਨ ਤਾਂ ਸਾਰੀਆਂ ਹੀ ਵੱਡੀਆਂ ਹਨ। ਤਾਂ ਸਰਪੰਚ ਨੇ ਇਹ ਵੀ ਕਿਹਾ ਕਿ ਏਕਤਾ ਨਾਲ ਆਪਸ ਵਿੱਚ ਮਿਲ ਜੁਲ ਕੇ ਰਹੋ। ਜੇਕਰ ਤੁਸੀਂ ਮਿਲ ਜੁਲ ਕੇ ਰਹੋਗੇ ਤਾਂ ਤੁਹਾਡੇ ਲਈ ਕੋਈ ਵੀ ਕੰਮ ਔਖਾ ਨਹੀਂ ਹੈ, ਕਿਉਂਕਿ ਏਕਤਾ ਵਿੱਚ ਹੀ ਸ਼ਕਤੀ ਹੈ। ਆਓ ਹੁਣ ਇਸ ਤੋਂ ਅੱਗੇ ਦੇਖਦੇ ਹਾਂ। ਪਾਠ ਅਭਿਆਸ ਨੰਬਰ 1, ਸ਼ਬਦ ਅਰਥ। ਤਾਂ ਇਸ ਪਾਠ ਵਿੱਚ ਆਏ ਔਖੇ ਸ਼ਬਦਾਂ ਨੂੰ ਸਮਝਦੇ ਹਾਂ ਬੱਚਿਓ। ਸਭ ਤੋਂ ਪਹਿਲਾ ਸ਼ਬਦ ਹੈ ਬਹਿਸ। ਬਹਿਸ ਦਾ ਅਰਥ ਹੈ ਦਲੀਲਬਾਜ਼ੀ ਜਾਂ ਚਰਚਾ ਕਰਨੀ। ਇਸ ਤੋਂ ਅਗਲਾ ਸ਼ਬਦ ਹੈ ਯਤਨ। ਯਤਨ ਦਾ ਮਤਲਬ ਹੈ ਕੋਸ਼ਿਸ਼। ਇਸ ਤੋਂ ਅਗਲਾ ਸ਼ਬਦ ਹੈ ਪੰਚਾਇਤ। ਪੰਚਾਇਤ ਦਾ ਮਤਲਬ ਫੈਸਲਾ ਕਰਨ ਲਈ ਚੁਣੇ ਹੋਏ ਲੋਕ। ਇਸ ਤੋਂ ਅਗਲਾ ਸ਼ਬਦ ਹੈ ਹੁੰਜਣਾ। ਹੁੰਜਣਾ ਦਾ ਮਤਲਬ ਹੈ ਬੱਚਿਓ ਇਕੱਠਾ ਕਰਨਾ। ਇਸ ਤੋਂ ਅਗਲਾ ਸ਼ਬਦ ਹੈ ਇਸ ਪ੍ਰਕਾਰ। ਇਸ ਪ੍ਰਕਾਰ ਦਾ ਮਤਲਬ ਹੁੰਦਾ ਹੈ ਇਸ ਤਰ੍ਹਾਂ। ਇਸ ਤੋਂ ਅਗਲਾ ਸ਼ਬਦ ਹੈ ਅੰਗੂਠੀ। ਅੰਗੂਠੀ ਦਾ ਮਤਲਬ ਹੈ ਮੁੰਦਰੀ। ਇਸ ਤੋਂ ਅਗਲਾ ਸ਼ਬਦ ਏਕਤਾ। ਏਕਤਾ ਦਾ ਮਤਲਬ ਹੁੰਦਾ ਹੈ ਏਕਾ। ਇਸ ਤੋਂ ਅਗਲਾ ਸ਼ਬਦ ਘਿਸਰਦੀ। ਘਿਸਰਦੀ ਦਾ ਮਤਲਬ ਰਗੜਦੀ। ਇਸ ਤੋਂ ਅਗਲਾ ਸ਼ਬਦ ਸ਼ਕਤੀ। ਸ਼ਕਤੀ ਦਾ ਮਤਲਬ
ਤਾਕਤ। ਆਓ ਹੁਣ ਇਸ ਦੇ ਪ੍ਰਸ਼ਨ ਉੱਤਰਾਂ ਨੂੰ ਸਮਝਦੇ ਹਾਂ। ਨੰਬਰ 2 ਮੌਖਿਕ ਪ੍ਰਸ਼ਨ। ਤਾਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਬੱਚਿਓ ਤੁਸੀਂ ਜ਼ੁਬਾਨੀ ਦੇਣੇ ਹਨ। ਪਹਿਲਾ ਪ੍ਰਸ਼ਨ, ਅਨਪੜ੍ਹ ਲੋਕ ਦਸਤਖਤ ਕਰਨ ਦੀ ਥਾਂ ਕੀ ਲਾਉਂਦੇ ਹਨ? ਇਸ ਦਾ ਉੱਤਰ ਹੈ ਬੱਚਿਓ, ਅਨਪੜ੍ਹ ਲੋਕ ਦਸਤਖਤ ਕਰਨ ਦੀ ਥਾਂ ਅੰਗੂਠਾ ਲਾਉਂਦੇ ਹਨ। ਇਸ ਤੋਂ ਅਗਲਾ ਪ੍ਰਸ਼ਨ, ਸਭ ਤੋਂ ਛੋਟੀ ਉਂਗਲ ਨੂੰ ਕੀ ਕਹਿੰਦੇ ਹਨ? ਇਸ ਦਾ ਉੱਤਰ ਹੈ ਬੱਚਿਓ, ਸਭ ਤੋਂ ਛੋਟੀ ਉਂਗਲ ਨੂੰ ਚੀਚੀ ਕਹਿੰਦੇ ਹਨ। ਅਗਲਾ ਪ੍ਰਸ਼ਨ, ਥਾਲੀ ਵਿੱਚੋਂ ਲੱਡੂ ਕਿੰਨੀਆਂ ਉਂਗਲਾਂ ਨੇ ਚੁੱਕਿਆ? ਇਸ ਦਾ ਉੱਤਰ ਹੈ ਬੱਚਿਓ, ਥਾਲੀ ਵਿੱਚੋਂ ਲੱਡੂ 5 ਉਂਗਲਾਂ ਨੇ ਰਲ ਕੇ ਚੁੱਕਿਆ। ਅੱਗੇ ਹੈ ਪ੍ਰਸ਼ਨ ਨੰਬਰ 3, ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਾਓ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਹੱਥਾਂ ਦੀਆਂ ਉਂਗਲਾਂ ਵਿੱਚ ਕੀ ਹੋਇਆ? ਪਿਆਰ, ਲੜਾਈ, ਬਹਿਸ। ਤਾਂ ਇਹਨਾਂ ਵਿੱਚੋਂ ਬੱਚੋ ਸਹੀ ਉੱਤਰ ਹੈ ਬਹਿਸ। ਤਾਂ ਇੱਥੇ ਅਸੀਂ ਲਾਵਾਂਗੇ ਸਹੀ ਦੀ ਨਿਸ਼ਾਨੀ। ਇਸ ਤੋਂ ਅੱਗੇ ਹੈ ਦੂਸਰਾ ਪ੍ਰਸ਼ਨ, ਸਰਪੰਚ ਨੇ ਸਭ ਤੋਂ ਪਹਿਲਾਂ ਕਿਸ ਨੂੰ ਲੱਡੂ ਚੁੱਕਣ ਲਈ ਕਿਹਾ? ਵੱਡੀ ਉਂਗਲ ਨੂੰ, ਚੀਚੀ ਉਂਗਲ ਨੂੰ, ਅੰਗੂਠੇ ਨੂੰ। ਤਾਂ ਇਸ ਦਾ ਉੱਤਰ ਹੈ ਬੱਚੋ ਅੰਗੂਠੇ ਨੂੰ। ਇੱਥੇ ਅਸੀਂ ਲਾਵਾਂਗੇ ਸਹੀ ਦਾ ਨਿਸ਼ਾਨ। ਅੱਗੇ ਹੈ ਤੀਸਰਾ ਪ੍ਰਸ਼ਨ, ਸਰਪੰਚ ਨੇ ਉਂਗਲਾਂ ਨੂੰ ਕਿਸ ਤਰ੍ਹਾਂ ਰਹਿਣ ਲਈ ਕਿਹਾ? ਅਲੱਗ-ਅਲੱਗ, ਮਿਲ ਜੁਲ ਕੇ, ਵੱਡੇ ਬਣ ਕੇ। ਤਾਂ ਇਸ ਦਾ ਉੱਤਰ ਹੈ ਬੱਚਿਓ ਮਿਲ ਜੁਲ ਕੇ। ਇੱਥੇ ਅਸੀਂ ਲਾਵਾਂਗੇ ਸਹੀ ਦਾ ਨਿਸ਼ਾਨ। ਚੌਥਾ ਪ੍ਰਸ਼ਨ, ਸ਼ਕਤੀ ਕਿਸ ਵਿੱਚ ਹੁੰਦੀ ਹੈ? ਲੜਾਈ ਵਿੱਚ, ਆਕੜ ਵਿੱਚ, ਏਕਤਾ ਵਿੱਚ। ਤਾਂ ਇਸ ਦਾ ਸਹੀ ਉੱਤਰ ਹੈ ਬੱਚਿਓ ਏਕਤਾ ਵਿੱਚ। ਇੱਥੇ ਅਸੀਂ ਲਾਵਾਂਗੇ ਸਹੀ ਦਾ ਨਿਸ਼ਾਨ। ਅੱਗੇ ਹੈ ਪ੍ਰਸ਼ਨ ਨੰਬਰ 4, ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਤਾਂ ਇੱਥੇ ਬੱਚੋ ਖਾਲੀ ਥਾਵਾਂ ਦਿੱਤੀਆਂ ਹਨ। ਪਿਛਲੇ ਪਾਸੇ ਇਹਨਾਂ ਦੇ 2-2 ਉੱਤਰ ਦਿੱਤੇ ਹਨ। ਇਹਨਾਂ ਦੇ ਵਿੱਚੋਂ ਅਸੀਂ ਸਹੀ ਉੱਤਰ ਚੁਣ ਕੇ ਇੱਥੇ ਖਾਲੀ ਥਾਵਾਂ ਦੇ ਵਿੱਚ ਭਰਨਾ ਹੈ। ਸਭ ਤੋਂ ਪਹਿਲੀ ਖਾਲੀ ਥਾਂ ਹੈ, ਮੈਂ ਦੱਸਦੀ ਹਾਂ ਕਿ ਡੈਸ਼ ਇੱਕ ਹੈ, ਹੱਥ ਜਾਂ ਪਰਮਾਤਮਾ। ਤਾਂ ਇੱਥੇ ਬੱਚੋ ਸਹੀ ਉੱਤਰ ਹੈ ਪਰਮਾਤਮਾ। ਇੱਥੇ ਅਸੀਂ ਭਰਾਂਗੇ ਪਰਮਾਤਮਾ। ਐੜਾ, ਡੈਸ਼ ਵਿੱਚ ਸਭ ਤੋਂ ਵੱਡੀ ਮੈਂ ਹੀ ਹਾਂ, ਕੱਦ ਜਾਂ ਉਮਰ। ਤਾਂ ਇੱਥੇ ਬੱਚੋ ਅਸੀਂ ਭਰਾਂਗੇ ਕੱਦ। ਈੜੀ, ਮੇਰੇ ਵਿੱਚ ਲੋਕ ਸੋਨੇ, ਚਾਂਦੀ, ਹੀਰੇ ਆਦਿ ਦੀਆਂ ਡੈਸ਼ ਪਾਉਂਦੇ ਹਨ, ਅੰਗੂਠੀਆਂ ਜਾਂ ਚੂੜੀਆਂ। ਤਾਂ ਇੱਥੇ ਬੱਚੋ ਸਹੀ ਉੱਤਰ ਹੈ ਅੰਗੂਠੀਆਂ। ਇਸ ਤੋਂ ਅਗਲੀ ਖਾਲੀ ਥਾਂ, ਸੱਸਾ, ਡੈਸ਼ ਮੀਚਣ ਵੇਲੇ ਭਲਾ ਮੈਂ ਕਿਹੜਾ ਪਿੱਛੇ ਰਹਿੰਦਾ ਹਾਂ, ਅੱਖਾਂ, ਮੁੱਠੀ। ਤਾਂ ਬੱਚੋ ਇਸ ਦਾ ਸਹੀ ਉੱਤਰ ਹੈ ਮੁੱਠੀ। ਇੱਥੇ ਅਸੀਂ ਭਰਾਂਗੇ ਮੁੱਠੀ। ਹਾਹਾ ਖਾਲੀ ਥਾਂ, 5 ਉਂਗਲਾਂ ਨੇ ਮਿਲ ਕੇ ਡੈਸ਼ ਚੁੱਕ ਲਿਆ, ਰਸਗੁੱਲਾ ਜਾਂ ਲੱਡੂ। ਤਾਂ ਇੱਥੇ ਬੱਚੋ ਸਹੀ ਉੱਤਰ ਹੈ ਲੱਡੂ। ਇੱਥੇ ਅਸੀਂ ਭਰਾਂਗੇ ਲੱਡੂ। ਕੱਕਾ ਖਾਲੀ ਥਾਂ, ਏਕਤਾ ਵਿੱਚ ਹੀ ਡੈਸ਼ ਹੈ, ਸ਼ਕਤੀ ਜਾਂ ਕਮਜ਼ੋਰੀ। ਤਾਂ ਇੱਥੇ ਅਸੀਂ ਬੱਚੋ ਭਰਾਂਗੇ ਸ਼ਕਤੀ। ਅੱਗੇ ਹੈ 5ਵਾਂ ਪ੍ਰਸ਼ਨ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਊੜਾ, ਹੱਥ ਦੀਆਂ ਉਂਗਲਾਂ ਵਿੱਚ ਬਹਿਸ ਕਿਉਂ ਹੋਈ? ਤਾਂ ਇਸ ਦਾ ਉੱਤਰ ਹੈ ਬੱਚਿਓ, ਹੱਥ ਦੀਆਂ ਉਂਗਲਾਂ ਵਿੱਚ ਬਹਿਸ ਇਸ ਲਈ ਹੋਈ ਕਿਉਂਕਿ ਹਰੇਕ ਉਂਗਲ ਆਪਣੇ ਆਪ ਨੂੰ
ਸਭ ਤੋਂ ਵੱਡਾ ਕਹਿ ਰਹੀ ਸੀ। ਅਗਲਾ ਪ੍ਰਸ਼ਨ, ਅੰਗੂਠੇ ਨੇ ਸਰਪੰਚ ਨੂੰ ਕੀ ਕਿਹਾ? ਤਾਂ ਇਸ ਦਾ ਉੱਤਰ ਹੈ ਬੱਚਿਓ, ਅੰਗੂਠੇ ਨੇ ਸਰਪੰਚ ਨੂੰ ਕਿਹਾ ਕਿ ਉਹ ਸਭ ਤੋਂ ਵੱਧ ਪੜ੍ਹਿਆ ਲਿਖਿਆ ਹੈ, ਇਸ ਲਈ ਅਨਪੜ੍ਹ ਲੋਕ ਦਸਖਤ ਕਰਨ ਲਈ ਉਸ ਨੂੰ ਵਰਤਦੇ ਹਨ। ਅੱਗੇ ਚੱਲਦੇ ਹਾਂ ਬੱਚਿਓ। ਈਡੀ ਪ੍ਰਸ਼ਨ, ਸਰਪੰਚ ਨੇ ਥਾਲੀ ਵਿੱਚ ਕੀ ਲਿਆਉਣ ਲਈ ਕਿਹਾ? ਤਾਂ ਇਸ ਦਾ ਉੱਤਰ ਹੈ ਬੱਚਿਓ, ਸਰਪੰਚ ਨੇ ਥਾਲੀ ਵਿੱਚ ਲੱਡੂ ਲਿਆਉਣ ਲਈ ਕਿਹਾ। ਇਸ ਤੋਂ ਅੱਗੇ ਚੱਲਦੇ ਹਾਂ। ਸੱਸਾ ਪ੍ਰਸ਼ਨ, ਕਿੰਨੀਆਂ ਉਂਗਲਾਂ ਨੇ ਮਿਲ ਕੇ ਲੱਡੂ ਚੁੱਕ ਲਿਆ? ਤਾਂ ਇਸ ਦਾ ਉੱਤਰ ਹੈ ਬੱਚਿਓ, 5 ਉਂਗਲਾਂ ਨੇ ਮਿਲ ਕੇ ਲੱਡੂ ਚੁੱਕ ਲਿਆ। ਇਸ ਤੋਂ ਅੱਗੇ ਹੈ ਹਾਹਾ ਪ੍ਰਸ਼ਨ, ਸਰਪੰਚ ਨੇ ਏਕਤਾ ਬਾਰੇ ਕੀ ਕਿਹਾ? ਤਾਂ ਇਸ ਦਾ ਉੱਤਰ ਹੈ ਬੱਚਿਓ, ਸਰਪੰਚ ਨੇ ਕਿਹਾ ਕਿ ਏਕਤਾ ਵਿੱਚ ਹੀ ਸ਼ਕਤੀ ਹੈ। ਅੱਗੇ ਹੈ 6 ਨੰਬਰ 'ਤੇ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਤਾਂ ਬੱਚੋ ਇੱਥੇ ਜਿਹੜੇ ਸ਼ਬਦ ਦਿੱਤੇ ਹਨ, ਅਸੀਂ ਇਹਨਾਂ ਨੂੰ ਵਾਕਾਂ ਦੇ ਵਿੱਚ ਵਰਤਣਾ ਹੈ। ਸਭ ਤੋਂ ਪਹਿਲਾ ਸ਼ਬਦ ਹੈ ਹੱਥ। ਇਸ ਨੂੰ ਅਸੀਂ ਵਾਕ ਦੇ ਵਿੱਚ ਇਸ ਤਰ੍ਹਾਂ ਵਰਤਾਂਗੇ, ਸਾਨੂੰ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਸਾਬਣ ਨਾਲ ਧੋਣੇ ਚਾਹੀਦੇ ਹਨ। ਤਾਂ ਬੱਚੋ ਇੱਥੇ ਜਿਹੜਾ ਸ਼ਬਦ ਅਸੀਂ ਵਾਕ ਦੇ ਵਿੱਚ ਵਰਤਿਆ ਹੈ, ਉਸ ਦੇ ਥੱਲੇ ਇਸ ਤਰ੍ਹਾਂ ਲਾਈਨ ਲਾ ਦੇਣੀ ਹੈ, ਤਾਂ ਜੋ ਵੇਖਣ 'ਤੇ ਪਤਾ ਲੱਗ ਸਕੇ ਕਿ ਵਾਕ ਵਿੱਚ ਇਸ ਜਗ੍ਹਾ 'ਤੇ ਸ਼ਬਦ ਨੂੰ ਵਰਤਿਆ ਹੋਇਆ ਹੈ। ਅਗਲਾ ਸ਼ਬਦ ਹੈ ਫੈਸਲਾ। ਇਸ ਨੂੰ ਅਸੀਂ ਵਾਕ ਦੇ ਵਿੱਚ ਇਸ ਤਰ੍ਹਾਂ ਵਰਤਾਂਗੇ, ਪਿੰਡ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਉਹ ਪਿੰਡ ਵਿੱਚ ਇੱਕ ਪਾਰਕ ਬਣਾਉਣਗੇ। ਤਾਂ ਇੱਥੇ ਬੱਚੋ ਅਸੀਂ ਸ਼ਬਦ ਵਰਤਿਆ ਹੈ ਫੈਸਲਾ, ਇਸ ਦੇ ਥੱਲੇ ਅਸੀਂ ਲਾਈਨ ਲਾਉਣੀ ਹੈ। ਅਗਲਾ ਸ਼ਬਦ ਹੈ ਲੱਡੂ। ਇਸ ਨੂੰ ਅਸੀਂ ਵਾਕ ਦੇ ਵਿੱਚ ਇਸ ਤਰ੍ਹਾਂ ਵਰਤਾਂਗੇ, ਮੇਰੇ ਪਿਤਾ ਜੀ ਬਾਜ਼ਾਰ ਵਿੱਚੋਂ ਲੱਡੂ ਲੈ ਕੇ ਆਏ। ਤਾਂ ਇੱਥੇ ਬੱਚੋ ਜਿਹੜਾ ਸ਼ਬਦ ਅਸੀਂ ਵਰਤਿਆ ਹੈ ਲੱਡੂ, ਇਸ ਦੇ ਥੱਲੇ ਅਸੀਂ ਲਾਈਨ ਲਾ ਦੇਣੀ ਹੈ। ਇਸ ਤੋਂ ਅਗਲਾ ਸ਼ਬਦ ਹੈ ਦਸਖਤ। ਇਸ ਨੂੰ ਅਸੀਂ ਵਾਕ ਦੇ ਵਿੱਚ ਇਸ ਤਰ੍ਹਾਂ ਵਰਤਾਂਗੇ, ਮੈਂ ਛੁੱਟੀ ਦੀ ਅਰਜ਼ੀ ਉੱਪਰ ਆਪਣੇ ਮਾਤਾ ਜੀ ਦੇ ਦਸਖਤ ਕਰਵਾਏ। ਤਾਂ ਇੱਥੇ ਬੱਚੋ ਅਸੀਂ ਜਿਹੜਾ ਵਾਕ ਵਰਤਿਆ ਹੈ ਦਸਖਤ, ਉਸ ਦੇ ਥੱਲੇ ਲਾਈਨ ਲਾਵਾਂਗੇ। ਅਗਲਾ ਸ਼ਬਦ ਹੈ ਸ਼ਕਤੀ। ਇਸ ਨੂੰ ਅਸੀਂ ਵਾਕ ਦੇ ਵਿੱਚ ਇਸ ਤਰ੍ਹਾਂ ਵਰਤਾਂਗੇ, ਹਰੀਆਂ ਸਬਜ਼ੀਆਂ ਖਾ ਕੇ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਤਾਂ ਇੱਥੇ ਬੱਚੋ ਅਸੀਂ ਵਾਕ ਵਿੱਚ ਸ਼ਬਦ ਵਰਤਿਆ ਹੈ ਸ਼ਕਤੀ, ਇਸ ਦੇ ਥੱਲੇ ਅਸੀਂ ਲਾਈਨ ਲਾ ਦਿਆਂਗੇ। ਤਾਂ ਬੱਚੋ ਇੱਥੇ ਜਿਹੜੇ ਅਸੀਂ ਵਾਕ ਬਣਾਏ ਹਨ, ਇਹ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਬਣਾਏ ਹਨ ਕਿ ਸ਼ਬਦਾਂ ਨੂੰ ਅਸੀਂ ਵਾਕਾਂ ਦੇ ਵਿੱਚ ਕਿਸ ਤਰ੍ਹਾਂ ਵਰਤਣਾ ਹੈ। ਤੁਸੀਂ ਇਹਨਾਂ ਵਾਕਾਂ ਤੋਂ ਬਿਨਾਂ ਹੋਰ ਵੀ ਵਾਕ ਆਪਣੀ ਸਮਝ ਦੇ ਅਨੁਸਾਰ ਬਣਾ ਸਕਦੇ ਹੋ। ਆਓ ਹੁਣ ਇਸ ਤੋਂ ਅੱਗੇ ਚੱਲਦੇ ਹਾਂ। ਨੰਬਰ 7, ਸਮਝੋ ਅਤੇ ਲਿਖੋ। ਉਂਗਲ, ਉਂਗਲਾਂ। ਤਾਂ ਇੱਥੇ ਬੱਚੋ ਉਂਗਲ ਤੋਂ ਬਣਾਇਆ ਹੈ ਉਂਗਲਾਂ, ਯਾਨੀ ਇੱਕ ਵਚਨ ਤੋਂ ਬਣਾਇਆ ਹੈ ਬਹੁਵਚਨ। ਅਸੀਂ ਇੱਥੇ ਇੱਕ ਵਚਨ ਤੋਂ ਬਹੁਵਚਨ ਬਣਾਵਾਂਗੇ, ਯਾਨੀ ਅਸੀਂ ਇੱਕ ਚੀਜ਼ ਤੋਂ ਬਾਹਲੀਆਂ ਚੀਜ਼ਾਂ ਬਣਾਉਣੀਆਂ ਹਨ। ਦਾਣਾ, ਦਾਣਾ ਦਾ ਬਹੁਵਚਨ ਹੈ ਦਾਣੇ। ਅੰਗੂਠਾ, ਅੰਗੂਠਾ ਦਾ ਬਹੁਵਚਨ ਹੈ ਅੰਗੂਠੇ। ਹੀਰਾ, ਹੀਰਾ ਦਾ ਬਹੁਵਚਨ ਹੈ ਹੀਰੇ। ਆਓ ਹੁਣ ਇਸ ਤੋਂ ਅੱਗੇ ਚੱਲਦੇ ਹਾਂ। ਨੰਬਰ 8, ਅਧਿਆਪਕ ਪਾਠ ਵਿੱਚੋਂ ਸ਼ਬਦ ਚੁਣ ਕੇ ਬੋਲੇ ਅਤੇ ਬੱਚਿਆਂ ਨੂੰ ਲਿਖਣ ਲਈ ਕਹੇ। ਤਾਂ ਬੱਚਿਓ ਇੱਥੇ ਅਧਿਆਪਕ ਨੇ ਪਾਠ ਦੇ ਵਿੱਚੋਂ ਸ਼ਬਦ ਚੁਣ ਕੇ ਬੋਲਣੇ ਹਨ ਅਤੇ ਤੁਸੀਂ ਇੱਥੇ ਲਿਖਣੇ ਹਨ। ਇਸ ਪਾਠ ਵਿੱਚ ਕੁਝ ਔਖੇ ਸ਼ਬਦ ਆਏ ਹਨ। ਆਓ ਬੱਚਿਓ ਅਸੀਂ ਉਹਨਾਂ ਨੂੰ ਇਸ ਜਗ੍ਹਾ ਦੇ ਉੱਪਰ ਲਿਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਬਹਿਸ। ਇਸ ਤੋਂ ਅਗਲਾ ਸ਼ਬਦ ਹੋਵੇਗਾ ਬੱਚਿਓ ਪੰਚਾਇਤ।
ਇਸ ਤੋਂ ਅਗਲਾ ਸ਼ਬਦ ਹੈ ਸਰਪੰਚ। ਇਸ ਤੋਂ ਅਗਲਾ ਸ਼ਬਦ ਹੈ ਦਸਖਤ। ਇਸ ਤੋਂ ਅਗਲਾ ਸ਼ਬਦ ਅਸੀਂ ਲਿਖਾਂਗੇ ਅੰਗੂਠਾ। ਇਸ ਤੋਂ ਅਗਲਾ ਸ਼ਬਦ ਲਿਖਾਂਗੇ ਅਨਪੜ੍ਹ। ਇਸ ਤੋਂ ਅਗਲਾ ਸ਼ਬਦ ਲਿਖਾਂਗੇ ਯਤਨ। ਇਸ ਤੋਂ ਅਗਲਾ ਸ਼ਬਦ ਅਸੀਂ ਲਿਖਾਂਗੇ ਅੰਗੂਠੀਆਂ। ਇਸ ਤੋਂ ਅਗਲਾ ਸ਼ਬਦ ਅਸੀਂ ਲਿਖਾਂਗੇ ਸ਼ਕਤੀ। ਇਸ ਤੋਂ ਅਗਲਾ ਸ਼ਬਦ ਅਸੀਂ ਲਿਖਾਂਗੇ ਪਰਮਾਤਮਾ। ਇਸ ਤੋਂ ਅੱਗੇ ਲਿਖਾਂਗੇ ਏਕਤਾ। ਅਤੇ ਅਖੀਰ ਵਿੱਚ ਅਸੀਂ ਲਿਖਾਂਗੇ ਫੈਸਲਾ। ਆਓ ਹੁਣ ਅੱਗੇ ਚੱਲਦੇ ਹਾਂ। ਰਚਨਾਤਮਕ ਕਾਰਜ। ਅਧਿਆਪਕ ਵਿਦਿਆਰਥੀਆਂ ਨੂੰ ਸਕੂਲ ਗਰਾਊਂਡ ਵਿੱਚ ਰਿਲੇਅ ਦੌੜ ਕਰਵਾਏ। ਜਿੱਤਣ ਵਾਲੀ ਟੀਮ ਦੇ ਆਪਸੀ ਤਾਲਮੇਲ ਦੀ ਉਦਾਹਰਨ ਦੇ ਕੇ ਕਹਾਣੀ ਦਾ ਮਹੱਤਵ ਸਮਝਾਏ। ਤਾਂ ਬੱਚਿਓ, ਇੱਥੇ ਦੱਸੀ ਗਈ ਰਿਲੇਅ ਦੌੜ ਵੈਸੇ ਤਾਂ ਤੁਹਾਨੂੰ ਸਕੂਲ ਦੀ ਗਰਾਊਂਡ ਵਿੱਚ ਕਰਵਾਈ ਜਾਣੀ ਹੈ, ਪਰ ਸਕੂਲ ਦੀ ਗਰਾਊਂਡ ਵਿੱਚ ਕਰਨ ਤੋਂ ਪਹਿਲਾਂ ਆਓ ਇਸ ਖੇਡ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈ ਲੈਂਦੇ ਹਾਂ। ਤਾਂ ਬੱਚਿਓ, ਇਸ ਦੌੜ ਵਿੱਚ ਕੁੱਲ 4 ਖਿਡਾਰੀ ਹੁੰਦੇ ਹਨ। ਸਭ ਤੋਂ ਪਹਿਲੇ ਖਿਡਾਰੀ ਦੇ ਕੋਲ ਇੱਕ ਡੰਡਾ ਹੁੰਦਾ ਹੈ। ਇਸ ਨੇ ਦੌੜਦੇ ਹੋਏ ਇਹ ਡੰਡਾ ਆਪਣੇ ਦੂਜੇ ਸਾਥੀ ਨੂੰ ਦੇਣਾ ਹੁੰਦਾ ਹੈ। ਦੂਜੇ ਸਾਥੀ ਨੇ ਦੌੜ ਕੇ ਅੱਗੇ ਜਾਣਾ ਹੈ ਅਤੇ ਇਹ ਡੰਡਾ ਤੀਜੇ ਸਾਥੀ ਨੂੰ ਦੇ ਦੇਣਾ ਹੈ। ਤੀਜੇ ਸਾਥੀ ਨੇ ਦੌੜ ਕੇ ਅੱਗੇ ਜਾਣਾ ਹੈ ਅਤੇ ਇਹ ਡੰਡਾ ਆਪਣੇ ਤੋਂ ਅਗਲੇ ਚੌਥੇ ਸਾਥੀ ਨੂੰ ਦੇ ਦੇਣਾ ਹੈ ਅਤੇ ਉਸਨੇ ਅੱਗੇ ਦੌੜਦੇ ਹੋਏ ਜਾਣਾ ਹੈ ਅਤੇ ਇਹ ਦੌੜ ਇੱਥੋਂ ਜਿੱਤ ਜਾਣੀ ਹੈ। ਤਾਂ ਬੱਚੋ, ਇਸ ਖੇਡ ਦੇ ਵਿੱਚ ਚਾਰੇ ਸਾਥੀ ਖਿਡਾਰੀ ਰਲ ਕੇ ਜ਼ੋਰ ਲਾਉਂਦੇ ਹਨ ਤਾਂ ਉਹ ਦੌੜ ਜਿੱਤ ਜਾਂਦੇ ਹਨ। ਤਾਂ ਬੱਚੋ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਰਿਲੇਅ ਦੌੜ ਦੇ ਖਿਡਾਰੀਆਂ ਵਾਂਗੂ ਅਤੇ ਹੱਥ ਦੀਆਂ 5 ਉਂਗਲਾਂ ਵਾਂਗੂ ਜੇਕਰ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਤਾਂ ਹੀ ਅਸੀਂ ਜਿੱਤ ਸਕਦੇ ਹਾਂ। ਇਸੇ ਲਈ ਹੀ ਕਿਹਾ ਗਿਆ ਹੈ ਕਿ ਏਕਤਾ ਵਿੱਚ ਹੀ ਸ਼ਕਤੀ ਹੈ। ਤਾਂ ਬੱਚਿਓ, ਇਸ ਦੇ ਨਾਲ ਹੀ ਇਹ ਪਾਠ ਖਤਮ ਹੁੰਦਾ ਹੈ। ਉਮੀਦ ਹੈ ਤੁਹਾਨੂੰ ਇਹ ਪਾਠ ਅਤੇ ਇਸ ਦੀ ਅਭਿਆਸ ਦੇ ਵਿੱਚ ਆਏ ਹੋਏ ਪ੍ਰਸ਼ਨ ਉੱਤਰ ਸਮਝ ਆ ਗਏ ਹੋਣਗੇ। ਧੰਨਵਾਦ ਬੱਚਿਓ।